ਪੁਆਧੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਪਰ। ਇਹਨਾਂ ਖਬਰਾਂ ਤੇ ਚਰਚਾ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਧਨਵੰਤ ਸਿੰਘ ਘੁਮਾਣ ਮੌਜੂਦ ਨੇ। ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਂਦੇ ਹਾਂ। ਧਨਵੰਤ ਜੀ, ਸਵਾਗਤ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਬਾਈ। ਧਨਵੰਤ ਜੀ, ਸੰਗਰੂਰ ਦੇ ਇੱਕ ਪਿੰਡ ਜੌਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਪਿੰਡ ਦੀ ਹੀ ਇੱਕ ਮਹਿਲਾ ਦੇ ਵੱਲੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਜਿਹੜਾ ਤੇਲ ਪਾ ਕੇ ਸਾੜਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ, ਕਿਵੇਂ ਦੇਖਦੇ ਹੋ? ਦੇਖੋ ਜੀ ਸੁਖਵੀਰ ਜੀ, ਜਿਹੜਾ ਇਹ ਘਟਨਾ ਵਾਪਰੀ ਹੈ, ਪਹਿਲੀ ਗੱਲ ਤਾਂ ਇਹ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਆ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਜਿਹੜੀਆਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਜੀ, ਜਿਨ੍ਹਾਂ ਕਾ ਹੁਣ ਤੱਕ ਸੰਗਤ ਨੂੰ ਇਨਸਾਫ ਨਹੀਂ ਮਿਲਿਆ। ਜੀ, ਪਰ ਹੁਣ ਜਦ ਇਹਨਾਂ ਘਟਨਾਵਾਂ ਦੇ ਸੰਬੰਧੀ ਜਿਹੜੇ SITਆਂ ਜਾਂ ਫਿਰ ਜਿਹੜੀ ਵੀ ਜਾਂਚ ਕਮੇਟੀਆਂ ਬਣਾਈਆਂ ਗਈਆਂ, ਉਹ ਜਾਂਚ ਕਮੇਟੀਆਂ ਜਾਂਚ ਕਰ ਰਹੀਆਂ, ਤਾਂ ਇਸ ਸਮੇਂ ਕੇ ਦੌਰਾਨ ਕੱਲ ਜਿਹੜੀ ਘਟਨਾ ਵਾਪਰੀ ਆ ਪਿੰਡ ਜੌਲੀਆਂ ਦੇ ਵਿੱਚ, ਇੱਕ ਔਰਤ, ਪਿੰਡ ਕੀ ਹੀ ਔਰਤ ਹੈ ਜਿਹੜੀ ਪਹਿਲਾਂ ਗੁਰਦੁਆਰਾ ਸਾਹਿਬ 'ਚ ਪਿੰਡ ਕੇ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਉਹ ਮੱਥਾ ਟੇਕਣ ਵੀ ਆਈ ਕਰੇਗੀ, ਪਰ ਉਸਨੇ ਆਕਾ ਕੱਲ ਕੀ ਕਰਿਆ, ਕੱਲ ਤਕਰੀਬਨ 11 ਵਜੇ ਦਾ ਟਾਈਮ ਦਾ ਦਿਨ ਕੇ ਵਿੱਚ ਜਿਹੜਾ ਤੇਲ ਪਾਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਜਿਹੜਾ ਇੱਕ ਪਾਵਨ ਸਰੂਪ ਤੇ ਉਹਨਾਂ ਨੂੰ ਅਗਨ ਭੇਟ ਕਰਤਿਆ। ਜੀ, ਤਾਂ ਅੱਗ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਪਿੰਡ ਕੇ ਲੋਕਾਂ ਨੂੰ, ਜਦ ਆਲਾ ਦੁਆਲਾ ਗਵੰਡੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਕਾ ਉਸ ਅੱਗ ਨੂੰ ਬੁਝਾਇਆ। ਜਿਹੜੇ ਉੱਪਰ ਸਰੂਪ ਪਏ ਤੇ ਸੱਚਖੰਡ ਦੇ ਵਿੱਚ, ਉਹਨਾਂ ਨੂੰ ਉਹ ਬਚਾਉਣ 'ਚ ਕਾਮਯਾਬ ਹੋ ਗਏ। ਜੀ, ਤਾਂ ਜਦ ਸਾਰੇ CCTV ਵਗੈਰਾ ਕੈਮਰੇ ਫਰੋਲੇ ਗਏ ਤਾਂ ਸੱਚਾਈ ਸਾਹਮਣੇ ਆ ਗਈ ਕਿ ਉਹ ਔਰਤ ਦੀ ਜਿਹੜੀ ਉਹਨਾਂ ਦੇ ਪਿੰਡ ਕੀ ਹੀ ਸੀ, ਜਿਸ ਨੇ ਤੇਲ ਪਾਣ ਦੇ ਬਾਅਦ ਉਹ ਬੋਤਲ ਦੁਬਾਰਾ ਫਿਰ ਆਪਣੇ ਕੋਲ ਲੁਕੋ ਕੇ ਦੁਬਾਰਾ ਫਿਰ ਵਾਪਸ ਲੈ ਗਈ। ਜੀ, ਤਾਂ ਇਸ ਤਰ੍ਹਾਂ ਉਹਨੇ ਸਬੂਤ ਆ ਜਿਹੜਾ ਉਹ ਵੀ ਖਤਮ ਕਰਨ ਦੀ ਕੋਸ਼ਿਸ਼ ਕਰੀ। ਤਾਂ ਸੁਖਵੀਰ ਜੀ, ਘਟਨਾ ਦੇਖੋ, ਜੇ ਤਾਂ ਇੱਕ ਸਿੰਪਲ ਤਰੀਕੇ ਨਾਲ ਸੋਚਿਆ ਜਾਵੇ ਤਾਂ ਘਟਨਾ ਇੱਕ ਸਧਾਰਨ ਵੀ ਹੋ ਸਕਾ ਵੀ, ਜਿਸ ਤਰ੍ਹਾਂ ਉਹ ਕੋਈ ਨਿੱਜੀ ਜਾਂ ਕੋਈ ਵਿਅਕਤੀਗਤ ਤੌਰ ਪਾ ਉਸका ਕੋਈ ਕੀ ਭਾਵਨਾ ਤੀ, ਉਹ ਵੀ ਹੋ ਸਕਾ। ਪਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਪਹਿਲੀਆਂ ਘਟਨਾਵਾਂ ਹੋਈਆਂ, ਉਹਨਾਂ ਦੇ ਪਿੱਛੇ ਜਿਹੜੇ ਦੋਸ਼ੀ ਬੰਦੇ ਪਾਏ ਗਏ ਆ, ਉਹਨਾਂ ਨੇ ਦੱਸਿਆ ਤਾਂ ਕਿ ਉਹ ਤਾਂ ਸੱਚਾ ਸੌਦਾ ਡੇਰਾ ਤੇ ਜਿਹੜਾ ਉਸका ਮੁਖੀ ਗੁਰਮੀਤ ਰਾਮ ਰਹੀਮ, ਉਸकी ਬੇਇੱਜ਼ਤੀ का ਬਦਲਾ ਲੈਣ ਵਾਸਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਉਹ ਘਟਨਾਵਾਂ ਨੂੰ ਇੰਜਾਮ ਦਿਆ ਤਾ। ਉਹ ਸਾਰੇ ਜਿਹੜੇ ਕਿ 6 ਬੰਦੇ ਫੜੇ ਗਏ ਤੇ ਪਹਿਲਾਂ ਬਰਗਾੜੀ ਦੇ ਵਿੱਚ ਜਿਨ੍ਹਾਂ ਨੇ ਘਟਨਾਵਾਂ ਨੂੰ ਇੰਜਾਮ ਦਿਆ ਤਾ, ਉਹ 6 ਕੇ 6 ਬੰਦੇ ਤੇ ਡੇਰਾ ਪ੍ਰੇਮੀ ਨਿਕਲੇ। ਤਾਂ ਹੁਣ ਸਥਿਤੀ ਇਹ ਆ ਵੀ ਜਿਹੜੀ ਹੁਣ ਇਸ ਔਰਤ ਨੇ ਮਤਲਬ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕੀ ਬੇਅਦਬੀ ਕਰੀ ਆ, ਵੀ ਇਹ ਔਰਤ ਦਾ ਹੁਣ ਬੈਕਗਰਾਉਂਡ ਦੇਖੀ ਜਾਏਗੀ ਵੀ ਉਹ ਔਰਤ ਕਿਸ ਮਤਲਬ ਕਿ ਪਿੱਛਾ ਕਿਸੇ ਬਾਬੇ ਨਾਲ, ਡੇਰੇ ਨਾਲ ਕਿਸ ਤਰ੍ਹਾਂ ਜੁੜੀ ਹੋਈ ਆ। ਜੇ ਨਹੀਂ ਵੀ ਜੁੜੀ ਹੋਈ ਤਾਂ ਫਿਰ ਇਸਕੇ ਪਿੱਛਾ ਕੌਣ ਹੋਰ ਕੋਈ ਸਿਆਸੀ ਪਾਰਟੀ ਕੰਮ ਕਰ ਰਹੀ ਆ ਜਾਂ ਫਿਰ ਕੋਈ ਹੋਰ ਬੰਦਾ ਕੰਮ ਕਰ ਰਿਹਾ। ਅਸਲ 'ਚ ਇੱਕ ਬੰਦਾ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ। ਬਹੁਤ ਬੜੀ ਗੱਲ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਪੂਰੀ ਦੁਨੀਆ ਦੇ ਵਿੱਚ ਸਤਿਕਾਰਤ, ਮਤਲਬ ਕਿ ਇਸ ਤਰ੍ਹਾਂ ਦੇ ਇੱਕ ਲਾ ਲਓ ਵੀ ਗ੍ਰੰਥ ਆ ਜਿਹਨੇ ਕਿ ਪੂਰੀ ਦੁਨੀਆ ਦੇ ਵਿੱਚ ਸਤਿਕਾਰ ਕਰਿਆ ਜਾ ਜਾਂ ਹਮਾਰੇ ਵਾਸਤੇ ਬਹੁਤ ਜ਼ਿਆਦਾ ਰਿਸਪੈਕਟੇਬਲ ਆ। ਫਿਰ ਜਦੋਂ ਇੰਨੀ ਰਿਸਪੈਕਟ ਵਾਲੀ ਕੋਈ ਵੀ ਧਾਰਮਿਕ ਕੋਈ ਵੀ ਚੀਜ਼ ਹੋਵੇ ਜਾਂ ਧਾਰਮਿਕ ਗੁਰੂ ਹੋਵੇ, ਤਾਂ ਉਸ ਚੀਜ਼ ਕੇ ਪ੍ਰਤੀ ਆਪਾਂ ਸਾੜਨ ਕੀ ਤਾਂ ਸੋਚ ਵੀ ਨਹੀਂ ਸਕਦੇ, ਤੇਲ ਪਾਣ ਕੀ ਜਾਂ ਕੋਈ ਵੀ ਅੱਗ ਲਾਣ ਕੀ, ਇਸ ਤਰ੍ਹਾਂ ਦੀ ਮਤਲਬ ਕਿ ਗੱਲ ਕਹਿੰਦੇ ਹੋਏ ਵੀ ਮਤਲਬ ਆਪਣੇ ਆਪ ਨੂੰ ਔਖਾ ਲੱਗਾ। ਤਾਂ ਜਦ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿਆ ਜਾ ਤਾਂ ਸੁਖਵੀਰ ਜੀ, ਉਹਨਾਂ ਦੇ ਪਿੱਛੇ ਬਹੁਤ ਸਾਰੇ ਕਾਰਨ ਲੱਭੇ। ਜਹਾਂ ਫਿਲਹਾਲ ਉਹ ਜਿਹੜੀ ਔਰਤ ਆ, ਉਹ ਔਰਤ ਨੂੰ ਪੁਲਿਸ ਕਨੀ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਛੇਤੀ ਹੀ ਜਿਹੜੇ ਕਹਿ ਰਹੇ ਆ ਪੁਲਿਸ ਕਨੀ ਤੇ ਵੀ ਮਤਲਬ ਜਾਂਚ ਕਰਕੇ ਜਿਹੜੇ ਨਤੀਜੇ ਲੋਕਾਂ ਦੇ ਸਾਹਮਣੇ ਰੱਖੇ ਜਾएंगे। ਪਰ इसके संबंध में देखने वाली बात जो भी है कि हाले SIT की जांच ਜਿਹੜੀਆਂ ਪਿਛਲੀਆਂ ਘਟਨਾਵਾਂ ਉਹਨਾਂ ਦੇ ਸੰਬੰਧ में ਚੱਲ ਰਹੀ ਆ, जिसके तलब ਅੱਜ ਸੁਖਵੀਰ ਬਾਦਲ ਜਿਹੜੇ ਉਹਨਾਂ ਦੀ SIT की जांच मतलब कि ਪੁੱਛਗਿੱਛ ਵੀ ਦੀ। ਜੀ ਧਨਵੰਤ ਜੀ, ਮੇਰਾ ਅਗਲਾ ਸਵਾਲ ਇਹੀ ਹੈ ਕਿ ਜਿਹੜੀ ਸੁਖਬੀਰ ਬਾਦਲ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ, ਕੁਝ ਦਿਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਜਿਹੜੀ ਪੁੱਛਗਿੱਛ ਕੀਤੀ ਗਈ ਸੀ ਤੇ ਅੱਜ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਹੈ। 4 ਘੰਟੇ ਕਰੀਬ ਜਿਹੜੇ ਆ ਸਵਾਲ ਜਵਾਬ ਕੀਤੇ ਗਏ ਸੁਖਬੀਰ ਸਿੰਘ ਬਾਦਲ ਤੋਂ, ਕਿਵੇਂ ਦੇਖਦੇ ਹੋ? ਅਸਲ 'ਚ ਸੁਖਬੀਰ ਜੀ, ਜਿਹੜੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪੁੱਛਗਿੱਛ ਹੋਈ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪੁੱਛਗਿੱਛ ਹੋ ਰਹੀ ਹੈ ਹੁਣ। ਤਾਂ SIT ਦੀ ਜਿਹੜੀ ਜਾਂਚ ਆ ਪਹਿਲਾਂ ਤੇ ਕੁਝ ਤੇਜ਼ ਹੁੰਦੀ ਦਿਖਾਈ ਦੇ ਰਹੀ ਆ ਜੀ, ਪਰ ਨਤੀਜਿਆਂ ਲੱਗਾ ਵੀ ਬਹੁਤ ਛੇਤੀ ਸਾਹਮਣੇ ਆ ਜਾएंगे, ਕਿਉਂਕਿ ਇੱਕ ਤਾਂ ਜਿਹੜੀ ਪੰਜਾਬ ਸਰਕਾਰ ਆ ਉਸਕੇ ਉੱਪਰ ਦਬਾਅ ਬਣਿਆ ਹੋਇਆ हाई कमान कनी थे कि इस घटना के ऊपर जेडे भी जो भी मामला आयो, बेअदबी का मामला ला लो चाहे गोली कांड का मामला, भी इसके जेडे नतीजे छेती छेती हाई कमान के सामने रखे जावें। तो हाई कमान ने एक तो दबाव बनाया है तां करके इन्हां नतीजों की छेती आने का, और दूजे पासा जड़ा जो बेअदबी का मामला
इसके ऊपर लगातार विरोधता होने के कारण कि ਹੁਣ तक क्यों नहीं रिजल्ट मिलिया, ਹੁਣ तक लोगों ਨੂੰ क्यों नहीं इंसाफ मिलिया, अपने कनी ते भी और विरोधियों कनी ते भी जिहड़ी सरकार पा लगातार सवाल उठाए जा रहे थे। तो किते ना किते इस मामले की जांच तेज हो रही है, जिसके तहत अज सुखबीर सिंह बादल जिहड़े कि उन्हां ते अज पुछगिछ हुई आ। हुण देखण वाली गल होएगी कि जिहड़े सुखबीर सिंह बादल आ उन्हां के जवाब आ जिहड़े उन्हां ते SIT किन्नी संतुष्ट हुआ। सुखबीर सिंह बादल ने सारे सवालों के जवाब सही दे आ या फिर नहीं दे जी, या फिर सुखबीर सिंह बादल होरां गल एक बारी मुलाकात करके SIT संतुष्ट हुआ या फिर अग्गा दोबारा फिर सुखबीर सिंह बादल होरां गल जिहड़ी कि आ मुलाकात करी जाएगी। जो सारे अग्गा हाले SIT की जांच के विषय होंगे। पर जिहड़े सुखबीर सिंह बादल होरां के बाहर आने के बाद नारे जिस तरह लगाए गए आ, उन्होंने के समर्थन दिखाया गया, उन्होंने गल सपोर्ट दिखाई गई आ, तो उत्थे तो किते ना किते जो शो भी हुआ जो बात कि सुखबीर सिंह बादल होरां नूं पूरा हौसला देने की कोशिश करी गया पार्टी कनी ते भी जे किते कुछ ना कुछ माड़ा या नैगेटिव वापरन का खतरा भी होया तो असीं थारे गैल खड़े हाँ, असीं थानूं डोलण नहीं दिंदे भी पार्टी है जिहड़ी उह सुखबीर बादल होरां के गैल डटका खड़ी आ जी। धनवंत जी, सुखबीर बादल ਦੇ SIT ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਦਾ ਵੀ ਬਿਆਨ ਆਇਆ ਸੀ ਕਿ SIT ਜਿਹੜੀ ਹੈ ਇਨਸਾਫ ਦੇ ਬਿਲਕੁਲ ਨੇੜੇ ਆ ਅਤੇ ਅਕਾਲੀ ਦਲ ਇਸ ਨਾਲ ਡਰੀ ਹੋਈ ਹੈ, ਜਿਸ ਕਾਰਨ ਉਹ ਕਹਿ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਸਿਆਸੀ ਦਖਲ ਹੋ ਰਿਹਾ। असल के विच सुखबीर जी जे इस मामले के विच सिद्धू की गल करिए तो सिद्धू ही मेरे हिसाब गैल ओह लीडर था जिसने अपने पूरे तकड़े पद्धर पर इसकी आवाज़ उठाई थी। वैसे आवाज़ लोग भी उठा रहे थे, होर लीडर भी उठा रहे थे, पर सिद्धू ने सीधी सीधी आ जिहड़ी अपनी सरकार गैल टक्कर ली थी उस टाइम, जिस टाइम सिद्धू ने आवाज़ उठाई थी कि हाँ बेअदबी के मामले पर हुण तक क्यों नहीं इंसाफ मिलिया। तो अज का जिहड़ा बयान आ उसके विच सिद्धू ने यो बात भी कही आ कि जिहड़े अज का मतलब कि जो सुखबीर बादल होरां की पेशी आ ला लो या फिर सुखबीर बादल होरां ते जांच पड़ताल करी जा रही है, पुछगिछ करी जा रही है, भी इसके विच ढिल होण का हुण तक जिहड़ी क्यों नहीं करी गई, इसके विच ढिल होण का भी जो ही कारण रहा कि जिहड़ी सियासी दखलअंदाजी है उसके विच होई नहीं, मतलब कि सियासी दखलअंदाजी हुंदी रही। जे हुण तक सियासी दखलअंदाजी हुई है भी तां ही हुण तक जिहड़ी कि है भी जांच नेपरे नहीं चढ़ सकी, तां ही हुण तक जिहड़ा इस मामले में कोई नतीजा नहीं कढ़िया जा सका। पर दूजे पासा नवजोत सिंह सिद्धू ने जो बात भी कही आ भी जे इसके विच हुण सियासी दखलअंदाजी नहीं हो रही तां ही वो जांच निरंतर लगातार चल रही आ और लगातार जिहड़ियां पुछ-गिछां इनकुआयरियां हो रहीआं और छेती ही जिहड़ा लोकां नूं ਉਹ रिजल्ट दिया जाएगा, छेती ही संगत नूं इंसाफ दिया जाएगा, क्योंकि जांच का हुण जिहड़ा नतीजा वो बिल्कुल नेड़ा। इस करके जिहड़े सिद्धू होरी कहा भी इसे करके जिहड़ा श्रोमणी अकाली दल डरी पई आ, उन्हां का ये गल कहण का मतलब यो ही आ भी किते ना किते टेढ़े ढंग गल सिद्धू होरां ने यो बात कही आ भी इसके विच जिहड़े श्रोमणी अकाली दल के कुछ लीडर आ भी वो दोषी पाए जा सकन, भी जिस करके श्रोमणी अकाली दल नूं डर लग रहा। पर दूजे पासा जिहड़े जे श्रोमणी अकाली दल की गल करिए तो श्रोमणी अकाली दल लगातार जो इल्ज़ाम लगा रही है कि जिहड़ी जो SIT की जांच है जो है ही सियासी एक फंडा, जो है ही सियासत के प्रभावित आ, जो सियासी रणनीति के तहत हो रही है, जिसमें एक किसी सियासी परिवार को फसाण की कोशिश करी जा रही है। और श्रोमणी अकाली दल कनी ते कहा गया भी जद हमारी सरकार आ गई तो इस सियासत के खेड में जिहड़े जिहड़े बंदे शामिल आ तो सारिਆਂ ਨੂੰ गिच्ची ते फड़िया जाएगा, तो सारिਆਂ ते हिसाब लिया जाएगा। खास करके उन्होंने कुंवर विजय प्रताप का नाम लेता है। हाँ, विक्रमजीत सिंह मजीठिया की गल कर ली। विक्रमजीत सिंह मजीठिया ने जो बात कही थी कि जिहड़ा कुंवर विजय प्रताप सिंह आ पहला वह आम आदमी पार्टी का मोहरा बनका इन्हों के कांग्रेसियों के जरिए हमारे पास निशानी साधता रहा, फिर उन्हें कांग्रेसियों का भी साथ छड़ता, हम सीधे तौर पर आम आदमी पार्टी में रल गया भी आम आदमी के अंडर भी उस टाइम से काम एक योजनाबंदी के तहत काम कर रहा था, जिसने कि बादल परिवार पर सीधे सीधे निशाने सीधे थे। पर जद किते मजीठिया उन्होंने कहा भी जद किते मारी सरकार आ गई तो जिहड़ा कुंवर विजय प्रताप आ उन्होंने गिच्ची ते फड़का, मतलब कि वो जद शब्द बोले जा रहे थे ना मजीठिया साहब कनी दे, तो उन्होंने शब्दों को बोलते हुए उन्होंने मूँह के जिहड़े हाव भाव आ देखे जा सके थे, चेहरे के हाव भाव देखे जा सके थे कि विक्रमजीत सिंह मजीठिया के अंदर कितना गुस्सा था उस चीज़ को लेकर कि जब कुंवर विजय प्रताप का नाम भी ले रहे थे। तो और किते ना किते जो बात सिद्धू वाली बात भी सच्ची हुआ कि जिहड़ा अकाली दल आ उन्होंने के अंदर भी किते ना किते चाहे डर ला लो या फिर एक गुस्सा ला लो वो पैदा हो रहा कि जूं जूं जांच आ जिहड़ी नेपरे चढ़ रही है लबा लांदी जा रही है, तो अकाली दल भी
इस तरह की प्रतिक्रियावां दे रहा कि जिसके विच उन्हां का गुस्सा जिहड़ा वो लगातार पता लग रहा, उन्हां का गुस्सा जिहड़ा वो पूरा दिख रहा भी उन्हां के चेहरे के उपर गुस्सा। जी हुण गल उरा आ जा सुखबीर जी के जिहड़ी अज जांच मतलब कि उन्हां ते पुछ पड़ताल करी गई आ सुखबीर बादल होरां ते, उस ते बाद हुण SIT अगली किस नूं जांच वास्ते बुलावेगी जी क्यों अगला बंदा हुण कौन होवेगा जिस नूं जांच वास्ते बुलाया जावेगा और जिस ते पुछगिछ करी जावेगी। ਨਾਲ ਹੀ ਸਵਾਲ ਇਹ ਵੀ ਹੈ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਤਾਂ ਨਹੀਂ ਬੁਲਾਇਆ ਜਾਂਦਾ ਜਾਂਚ 'ਚ? ਕਿਉਂਕਿ ਹੁਣ ਸੁਖਬੀਰ ਜੀ ਦੇਖੋ ਸਵਾਲ ਇਹ ਗੱਲ ਥੋੜੀ ਸਹੀ ਹੈ ਕਿ ਕਿਉਂਕਿ ਕਿਤੇ ਨਾ ਕਿਤੇ ਜਿਹੜੀ SIT ਆ ਉਹ ਕੰਮ ਕਰ ਰਹੀ ਆ ਤਾਂ ਉਸ ਨੂੰ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਲੱਗੇ ਕਿਉਂਕਿ ਸਿੱਧੇ ਤੌਰ ਪਾ ਕਦੇ ਵੀ SIT ਵਰਗੀਆਂ ਜਿਹੜੀਆਂ ਕੋਈ ਵੀ ਜਾਂਚ ਕਮੇਟੀਆਂ ਬਣਾਈਆਂ ਉਹ ਸਿੱਧੇ ਤੌਰ ਪਾ ਇਸ ਤਰ੍ਹਾਂ ਦੇ ਬੰਦੇ ਖਾਸ ਕਰ ਜਿਹੜੇ ਕਿ ਕਿਸੇ ਦੀ ਪੋਲੀਟੀਕਲ ਬੈਕਗ੍ਰਾਉਂਡ ਬਹੁਤ ਵੱਡੀ ਹੋਵੇ ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਤੇ ਵੀ ਸਲਾਹ ਲੈਣੀ ਲੱਗੇ ਕਿੱਥਾ ਤਾਂ ਜਿਹੜੀ ਜਾਂਚ ਕਮੇਟੀ ਦੀ ਉਹਨੂੰ ਆਪਣੇ ਆਪ ਹੀ ਫੈਸਲਾ ਲੈਣਾ ਤਾਂ ਕਿ ਹਾਂ ਜੇ ਕੋਈ ਤੇਰੇ ਮੇਰੇ ਵਰਗਾ ਮਾਤੜ ਬੰਦਾ ਹੁੰਦਾ ਉਹਨਾਂ ਨੂੰ ਕੀ ਕਰਨਾ ਤਾਂ ਉਹਨਾਂ ਨੂੰ ਚਾਕਾ ਸਿੱਧਾ ਠੋਕ ਦੇਣਾ ਤਾਂ ਜੇਲ੍ਹ ਕੇ ਅੰਦਰ ਜਾਂ ਫਿਰ ਉਹਨੂੰ ਹੁਣ ਤੱਕ ਫੈਸਲਾ ਸੁਣਾਇਆ ਹੋਣਾ ਤਾਂ ਪਰ ਸਾਹਮਣੇ ਵਾਲੇ ਜਿਸ ਤੇ ਉਹ ਜਾਂਚ ਕਰ ਰਹੇ ਆ ਉਹ ਇੱਕ ਬਹੁਤ ਵੱਡਾ ਸਿਆਸੀ ਮਤਲਬ ਕਿ ਪਰਿਵਾਰ ਆ ਔਰ ਉਹਨਾਂ ਨੇ ਲਗਾਤਾਰ ਬਹੁਤ ਸਮਾਂ ਪੰਜਾਬ ਦੇ ਉੱਪਰ ਰਾਜ ਵੀ ਕਰਿਆ, ਪੰਜਾਬ 'ਚ ਸਰਕਾਰ ਰਹੀ ਆ, ਇਸ ਕਰਕੇ ਉਹਨਾਂ ਨੂੰ ਜੋ ਸਲਾਹ ਜਿਹੜੀ ਆਪਣੀ ਸਰਕਾਰ ਗੈਲ ਵੀ ਕਰਨੀ ਪਵੇਗੀ ਕਿ ਜੇਕਰ ਅਸੀਂ ਇਸ ਤਰ੍ਹਾਂ ਦਾ मतलब कि फैसला लिए तो इसके कई नतीजे निकलेंगे, जेकर ਅਸੀਂ इस तरह का फैसला लिए तो इसके कई नतीजे निकलेंगे। मतलब ये चीज़ां सोच समझ का फिर किते अगला कदम जिहड़ा SIT ਨੂੰ ਚੱਕਣਾ ਪਵੇਗਾ क्योंकि जेकर सीधे ही SIT अपनी मर्जी गल नतीजे कढ़ देगी तो उसका जिहड़ा रिजल्ट आ वो किते ना किते सरकारां वास्ते ही माड़ा हो सका और आम जनता जिहड़ी वो भी भड़क सका। इन्हां सारियां चीज़ां का ख्याल रखते हुए जिहड़ा कि SIT ਨੂੰ अपने अगले कदम ਚੱਕਣੇ लगेंगे और जिहड़े अपने ਜਾਂਚ ਕਰ ਰਹੇ ਆ ਇਹਨਾਂ ਚੀਜ਼ਾਂ ਦੇ ਨਤੀਜੇ ਆ ਉਹ ਜਨਤਾ ਦੇ ਸਾਹਮਣੇ ਰੱਖਣੇ ਪੈਣਗੇ। ਜੀ ਧਰਮਨ ਜੀ, ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਅੱਜ ਕਿਸਾਨਾਂ ਨੂੰ ਬਾਰਡਰਾਂ ਤੇ ਬੈਠਣ ਨੂੰ 7 ਮਹੀਨੇ ਦਾ ਸਮਾਂ ਹੋ ਗਿਆ। ਕਿਸਾਨਾਂ ਦੇ ਵੱਲੋਂ ਅੱਜ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਚੰਡੀਗੜ੍ਹ ਦੇ ਰਾਜਪਾਲ ਜਿਹੜੇ ਨੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਕਿਵੇਂ ਦੇਖਦੇ ਹੋ? ਦੇਖੋ ਸੁਖਬੀਰ ਜੀ, ਜਿਹੜੀ ਕਿਸਾਨਾਂ ਦੀ ਗੱਲ ਆ, ਕਿਸਾਨ ਤਾਂ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਹੀ ਰਹੇ ਆ, ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਰਾਜੀ ਨਹੀਂ ਹੋ ਰਹੀ। ਫਿਰ ਕਿਸਾਨ ਆ ਜਿਹੜੇ ਹੁਣ ਵਿਚਾਰੇ ਅੱਕ ਆ किते ना किते आप सरकार के अग्गा जिहड़े राजपाल आ जिहड़ा हुण पंजाब का उसके अग्गा मंग पत्तर रखिया भी भाई तुसीं मारी गल सुनो, तुसीं क्यों नहीं सुन रहे। पर उत्था भी अज देखा गया कि उही स्थिति दोबारा फिर बनी आ जिहड़ी एक बारी दिल्ली नूं जांदे होए बनी थी। पानी ਦੀਆਂ ਬੁਛਾਰਾਂ मारियां गईयां, किसानां के गल धक्का करिया गया, किसानां कनी ते बैरीगेट तोड़े गए। ਤਾਂ ਫਿਰ ਜਦ ਦੇਖੋ ਧੱਕਾ ਕਦੇ ਵੀ ਭੀੜ ਕੇ ਵਿੱਚ ਧੱਕਾ ਇੱਕ ਪਾਸੇ ਤੇ ਨਹੀਂ ਹੁੰਦਾ। ਜੇ ਪੁਲਿਸ ਧੱਕਾ ਕਰ ਸਕਾ ਤਾਂ ਕਿਸਾਨ ਵੀ ਧੱਕਾ ਕਰ ਸਕਾ। ਪਰ ਕਿਸਾਨਾਂ ਨੇ ਫਿਰ ਵੀ ਇਸ ਬਾਤ ਦਾ ਹਵਾਲਾ ਦਿਆ ਕਿ ਅਸੀਂ ਸ਼ਾਂਤੀਪੂਰਵਕ ਧਰਨਾ ਲਾਉਣ ਵਾਸਤੇ ਆਈ ਸੀ, ਅਸੀਂ ਸ਼ਾਂਤੀਪੂਰਵਕ ਐਜੀਟੇਸ਼ਨ ਕਰਨ ਵਾਸਤੇ ਆਈ ਸੀ। ਪਰ ਕਿਤੇ ਨਾ ਕਿਤੇ ਜਦ ਮਾਰੇ ਗੱਲ ਪੁਲਿਸ ਕਨੀ ਧੱਕਾ ਕਰੇਗਾ ਤਾਂ ਅਸੀਂ ਵੀ ਧੱਕਾ ਕਰਿਆ। ਹੁਣ ਮਾਹੌਲ ਜੋ ਬਣਿਆ ਪਿਆ कि कुछ ना कुछ पुलिस का भी नुकसान होया होना है क्योंकि बड़ी गिनती च जब कोई भी भीड़ भड़का, चाहे किसान हो चाहे पुलिस हो, कोई भी भीड़ आ तो उसके विच दो ही तरह का नुकसान हुआ तो किसानों का भी नुकसान होया होना। जबकि किसान जिहड़े दिल्ली के बार्डर पर लगातार अज 7 महीने पूरे हो चुके हैं किसानों के इस सारे अंदोलन नूं, तो उस 7 महीने पूरे होने करके अज अपना जिहड़ा राजपाल नूं पत्तर देण गए ते मंग पत्तर कि हुण तक इन्ना समा बीत चुक्या कि हमारी मंगां क्यों नहीं मन्नियां जा रहीआं, तो कि इसके बारे में पंजाब सरकार भी कोई फैसला लवे जी। तां पंजाब सरकार नूं भी जगाण के मारे कि वो मारी गल सुने, वो भी मारे गैल लगे जां फिर वो भी मारी इन्हां सारे अंदोलनां के बारे में कोई फैसला लवे। तां करके जिहड़े किसान आ वो धरना लाण गए थे। पर देखण वाली गल आ कि जिहड़े किसानां नूं 7 महीने हो गए शांतिपूर्वक बैठिਆਂ ਨੂੰ ਉਹ ਅੱਜ ਇੱਕ ਦਿਨ में किस तरह भड़क ਜਾਂਦੇ। भड़कण का कारण कदे भी सुखबीर जी ਉਹੀ ਹੋਇਆ ਵੀ ਜੇ ਪੁਲਿਸ ਕਨੀ ਤੇ ਧੱਕਾ ਕਰਿਆ ਗਿਆ ਤਾਂ ਕਿਤੇ ਨਾ ਕਿਤੇ ਜਿਹੜੇ ਕਿਸਾਨ ਆ ਉਹਨਾਂ ਕਨੀ ਤੇ ਵੀ ਧੱਕਾ ਕਰਿਆ ਗਿਆ। ਪਰ ਮੈਂ ਇਹਨਾਂ ਚੀਜ਼ਾਂ ਨੂੰ ਕਿਤੇ ਵੀ ਸਹੀ ਨਹੀਂ ਸਮਝਦਾ ਵੀ ਚਾਹੇ ਕਿਸਾਨ ਆ ਚਾਹੇ ਪੁਲਿਸ ਵਾਲਾ ਕੋਈ भी व्यक्ति आ, जेकर किसी का व्यक्ति का जानी माली नुकसान हुआ तो वह भी किसी का धी पुत या किसी के भैन भाई कोई भी हो उसका। क्योंकि अज जिहड़ा किसानों का धरना देखा गया उसके विच बजुर्गों के नाल बच्चे भी थे, बच्चे के नाल नौजवान भी थे और औरतों के गैल छोटे छोटे कुड़ियाँ भी थी, स्कूल पढ़दियाँ कुड़ियाँ भी जिहड़ियां वो धरने के विच शामिल हुईयां। तो जब इस तरह पूरे देश
पूरे देश के हर वर्ग के नौजवान, बुढ़ियां, बच्चे, बंदे सारे हर वर्ग ਜਿਹੜਾ ਦੇਸ਼ का मतलब कि ਇੱਕ ਪਾਸੇ ਨੂੰ ਤੁਰ ਰਹਾ ਤਾਂ ਉਸ ਚੀਜ਼ ਕੇ ਨਤੀਜੇ ਜਿਹੜੇ ਕਿਤੇ ਨਾ ਕਿਤੇ ਸਾਰਥਕ ਨਿਕਲਣ ਤਾਂ ਦੇਸ਼ ਦਾ ਜਿਹੜਾ ਇਤਿਹਾਸ ਆ ਉਹ ਨਵੇਂ ਤਰੀਕੇ ਨਾਲ ਲਿਖਿਆ ਜਾਹਾ। ਔਰ ਜਿਹੜਾ ਕਿਸਾਨ ਅੰਦੋਲਨ ਆ ਜੋ ਇੱਕ ਨਵਾਂ ਇਤਿਹਾਸ ਔਰ ਨਵਾਂ ਰੂਪ ਆ ਪੰਜਾਬ ਨੂੰ ਜ਼ਰੂਰ ਦੇ ਕੇ ਹਟੇਗਾ। ਜੀ ਧੰਨਵਾਦ ਜੀ, ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਬਾਈ ਜੀ। ਤਾਂ ਇਹ ਸਨ ਮੇਰੇ ਸਹਿਯੋਗੀ ਪੱਤਰਕਾਰ ਧਨਵੰਤ ਸਿੰਘ ਘੁਮਾਣ, ਜਿਨ੍ਹਾਂ ਨੇ ਇਹਨਾਂ ਖਬਰਾਂ ਤੇ ਆਪਣੇ ਵਿਚਾਰ ਦਿੱਤੇ। ਫਿਲਹਾਲ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਸੀਂ ਜੁੜੇ ਰਹੋ ਪੁਆਧੀ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ।